ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੰਗਾਪੁਰ 'ਚ ਵਪਾਰਕ ਨੇਤਾਵਾਂ ਤੇ ਨਿਵੇਸ਼ਕਾਂ ਨਾਲ ਕੀਤੀ ਮੁਲਾਕਾਤ। ਸਾਂਝੇ ਖੋਜ ਅਤੇ ਵਿਕਾਸ ਸਹਿਯੋਗ ਦੇ ਮੌਕਿਆਂ ਕੈਨੇਡਾ ਤੇ ਸਿੰਗਾਪੁਰ ਵਿਚਕਾਰ ਗਤੀਸ਼ੀਲ ਤੇ ਵਧ ਰਹੇ ਵਪਾਰਕ ਸਬੰਧਾਂ ਬਾਰੇ ਕੀਤੀ ਗੱਲ। ਬੈਂਕ ਆਫ ਕੈਨੇਡਾ ਨੇ ਵਿਆਜ ਦਰ 'ਚ ਨਹੀਂ ਕੀਤਾ ਵਾਧਾ, ਇਸ ਨੂੰ 5% ਤੇ ਬਰਕਰਾਰ ਰੱਖਿਆ। ਵਿੱਤੀ ਸੂਚਕਾਂ ਨੇ ਆਰਥਿਕਤਾ 'ਚ ਧੀਮੇਪਣ ਦਾ ਦਿੱਤਾ ਸੰਕੇਤ। ਜੁਲਾਈ 'ਚ ਕੈਨੇਡਾ 'ਚ 6000 ਨੌਕਰੀਆਂ ਖਤਮ ਹੋਈਆਂ ਤੇ ਬੇਰੋਜ਼ਗਾਰੀ ਦਰ 5.5% ਤੇ ਪਹੁੰਚੀ। ਰਿਹਾਇਸ਼ ਦੇ ਮੁੱਦੇ ਤੇ ਲੋਕਾਂ ਨੇ ਪੀਅਰ ਤੇ ਜਗਮੀਤ ਤੇ ਜਤਾਇਆ ਭਰੋਸਾ। ਵਧੀਆਂ ਟਰੂਡੋ ਦੀਆਂ ਚਿੰਤਾਵਾਂ। ਹਾਊਸਿੰਗ ਅਫੋਰਡੇਬਿਲਟੀ ਦੇ ਮਾਮਲੇ 'ਚ 25% ਲੋਕਾਂ ਨੇ ਕੰਜ਼ਰਵੇਟਿਵ, 22% ਨੇ ਐਨਡੀਪੀ ਨੂੰ ਵਧੀਆ ਦੱਸਿਆ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਦੀ ਵੱਡੀ ਜਿੱਤ। ਨਾਰਥ ਬੇ ਸ਼ਹਿਰ ਦੇ ਕੈਨਾਡੋਰ ਕਾਲਜ ਦੇ ਵਿਦਿਆਰਥੀ ਪੱਕੀ ਤੇ ਸਸਤੀ ਰਿਹਾਇਸ਼ ਦੀ ਮੰਗ ਨੂੰ ਲੈ ਕੇ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਜਥੇਬੰਦੀ ਦੀ ਅਗਵਾਈ ਹੇਠ ਪੱਕੇ ਮੋਰਚੇ ਤੇ ਬੈਠੇ ਸੀ, ਜੋ ਉਹਨਾਂ ਨੇ ਫਤਿਹ ਕਰ ਲਿਆ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੰਗਾਪੁਰ 'ਚ ਵਪਾਰਕ ਨੇਤਾਵਾਂ ਅਤੇ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਟੈਮਾਸੇਕ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦਿਲਹਾਨ ਪਿੱਲੇ ਸੈਂਡਰ ਸੇਗਰਾ, GIC ਦੇ ਮੁੱਖ ਕਾਰਜਕਾਰੀ ਅਧਿਕਾਰੀ ਲਿਮ ਚਾਓ ਕਿਆਟ, ਐਗਰੋਕਾਰਪ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਵਿਜੇ ਆਇੰਗਰ ਅਤੇ PSA ਇੰਟਰਨੈਸ਼ਨਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟੈਨ ਚੋਂਗ ਮੇਂਗ ਸ਼ਾਮਲ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਸਿੰਗਾਪੁਰ ਦੀਆਂ ਕੰਪਨੀਆਂ ਜਿਵੇਂ ਕਿ ਕੈਨੇਡਾ ਦੀ ਇਨੋਵੇਸ਼ਨ ਅਰਥ ਵਿਵਸਥਾ ਤੇ ਹੁਨਰਮੰਦ ਅਤੇ ਵਿਭਿੰਨ ਪ੍ਰਤਿਭਾ ਪੂਲ ਤੋਂ ਭਵਿੱਖ ਦੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਕੈਨੇਡਾ ਦੇ ਪ੍ਰਤੀਯੋਗੀ ਫਾਇਦਿਆਂ ਨੂੰ ਉਤਸ਼ਾਹਿਤ ਕੀਤਾ। ਟਰੂਡੋ ਨੇ ਸਾਂਝੇ ਖੋਜ ਅਤੇ ਵਿਕਾਸ ਸਹਿਯੋਗ ਦੇ ਮੌਕਿਆਂ ਬਾਰੇ ਵੀ ਗੱਲ ਕੀਤੀ ਤੇ ਕੈਨੇਡਾ ਤੇ ਸਿੰਗਾਪੁਰ ਵਿਚਕਾਰ ਗਤੀਸ਼ੀਲ ਤੇ ਵਧ ਰਹੇ ਵਪਾਰਕ ਸਬੰਧਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕਸ, ਕਲੀਨ ਟੈਕਨੋਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਐਗਰੀ ਫੂਡ ਵਰਗੇ ਖੇਤਰਾਂ 'ਚ ਕੈਨੇਡਾ ਵੱਲੋਂ ਕੀਤੇ ਜਾ ਰਹੇ ਰਣਨੀਤਿਕ ਨਿਵੇਸ਼ਾਂ ਬਾਰੇ ਗੱਲ ਕੀਤੀ। ਸੁਰੱਖਿਅਤ ਅਤੇ ਲਚਕੀਲਾ ਸਪਲਾਈ ਚੇਨ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਕੰਮ ਨੂੰ ਵੀ ਨੋਟ ਕੀਤਾ। ਦੇ ਠੰਡੇ ਪੈਣ ਦੇ ਸੰਕੇਤ ਦੇ ਚੱਲਦਿਆਂ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ 'ਚ ਵਾਧਾ ਨਹੀਂ ਕੀਤਾ ਤੇ ਇਸ ਨੂੰ 5% ਤੇ ਬਰਕਰਾਰ ਰੱਖਿਆ ਹੈ। 2022 ਦੀ ਸ਼ੁਰੂਆਤ ਤੋਂ ਬੈਂਕ ਆਫ ਕੈਨੇਡਾ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ 'ਚ ਵਾਧੇ ਕਰਦਾ ਰਿਹਾ ਹੈ। ਅਰਥ ਸ਼ਾਸਤਰੀਆਂ ਨੇ ਇਸ ਵਾਰੀ ਵਿਆਜ ਦਰਾਂ 'ਚ ਵਾਧਾ ਨਾ ਹੋਣ ਦਾ ਹੀ ਅਨੁਮਾਨ ਲਗਾਇਆ ਸੀ। ਵਿਆਜ ਦਰ ਦਾ ਪੂਰਨ ਪ੍ਰਭਾਵ ਨਜ਼ਰ ਆਉਣ 'ਚ 18 ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਕਰਕੇ 1.5 ਸਾਲ ਦੇ ਅੰਦਰ ਹੀ ਕਰੀਬ 0% ਤੋਂ 5% ਤੱਕ ਵਿਆਜ ਦਰ ਦੇ ਵਾਧਿਆਂ ਕਾਰਨ ਆਰਥਿਕਤਾ 'ਚ ਕਾਫੀ ਧੀਮਾਪਣ ਆਉਣ ਦਾ ਵੀ ਖਤਰਾ ਹੈ। ਹਾਲ ਹੀ ਦੇ ਵਿੱਤੀ ਸੂਚਕਾਂ ਨੇ ਆਰਥਿਕਤਾ 'ਚ ਧੀਮੇਪਣ ਦਾ ਸੰਕੇਤ ਦਿੱਤਾ ਹੈ। ਜੁਲਾਈ ਵਿੱਚ ਕੈਨੇਡਾ 'ਚ 6000 ਨੌਕਰੀਆਂ ਖਤਮ ਹੋਈਆਂ ਤੇ ਬੇਰੋਜ਼ਗਾਰੀ ਦਰ ਮਾਮੂਲੀ ਵਾਧੇ ਨਾਲ 5.5% ਤੇ ਪਹੁੰਚ ਗਈ। ਅਗਸਤ 'ਚ ਹੀ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜੇ ਦਰਸਾਉਂਦੇ ਨੇ ਕਿ ਕੈਨੇਡੀਅਨ GDP ਦੂਸਰੀ ਤਿਮਾਹੀ ਵਿੱਚ ਸੁੰਗੜੀ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ GDP ਵਿੱਚ ਇਹ ਪਹਿਲਾ ਨਿਘਾਰ ਸੀ, ਜਿਸ ਦਾ ਅਰਥ ਆਰਥਿਕਤਾ 'ਚ ਮਾਮੂਲੀ ਮੰਦੀ ਦਾ ਸੰਕੇਤ ਹੋ ਸਕਦਾ ਹੈ। ਭਾਵੇਂ ਆਰਥਿਕ ਧੀਮਾਪਣ ਮਹਿੰਗਾਈ ਨੂੰ 2% ਤੇ ਲਿਆਉਣ ਦੇ ਟੀਚੇ ਤੇ ਜੁਟੇ ਹੋਏ ਕੇਂਦਰੀ ਬੈਂਕ ਲਈ ਇੱਕ ਚੰਗੀ ਖਬਰ ਹੈ, ਪਰ ਬੈਂਕ ਦਾ ਕਹਿਣਾ ਹੈ ਕਿ ਜੇ ਉਸ ਨੂੰ ਭਵਿੱਖ 'ਚ ਵਿਆਜ ਦਰ 'ਚ ਵਾਧਾ ਕਰਨਾ ਪਿਆ ਤਾਂ ਉਹ ਇਸ ਲਈ ਤਿਆਰ ਹੈ। ਡੇਜ਼ਯਾਰਡਿਨ ਦੇ ਅਰਥ ਸ਼ਾਸਤਰੀ ਰੋਏਸ ਮੈਂਡੀਜ਼ ਨੇ ਕਿਹਾ ਹੈ ਕਿ ਇਹ ਨੁਕਤਾ ਗੌਰ ਕਰਨ ਯੋਗ ਹੈ ਕਿ ਬੈਂਕ ਭਵਿੱਖ 'ਚ ਵਿਆਜ ਦਰ ਵਾਧਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਿਹਾ, ਪਰ ਮੈਂਡੀਜ਼ ਨੇ ਕਿਹਾ ਹੈ ਕਿ ਜ਼ਿਆਦਾਤਰ ਆਰਥਿਕ ਸੂਚਕ ਬੈਂਕ ਦੇ ਅਨੁਮਾਨ ਨਾਲੋਂ ਜ਼ਿਆਦਾ ਕਮਜ਼ੋਰ ਦਰਜ ਹੋਏ ਨੇ, ਜਿਸ ਕਰਕੇ ਹੋ ਸਕਦਾ ਹੈ ਕਿ ਬੈਂਕ ਇਸ ਗੇੜ 'ਚ ਵਿਆਜ ਦਰਾਂ 'ਚ ਹੋਰ ਵਾਧਾ ਨਾ ਕਰੇ। ਇਹ ਸਭ ਤੋਂ ਪਹਿਲਾਂ NDP ਦਾ ਕਹਿਣਾ ਸੀ ਕਿ ਫੈਡਰਲ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੋਂ ਸੇਧ ਲੈ ਕੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ 'ਚ ਵਾਧਾ ਕਰਨ ਤੋਂ ਰੋਕਣਾ ਚਾਹੀਦਾ ਹੈ। ਪਿਛਲੇ ਹਫ਼ਤੇ ਪ੍ਰੀਮੀਅਰ ਡੇਵਿਡ ਐਬੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੂੰ ਪੱਤਰ ਲਿਖ ਕੇ ਆਖਿਆ ਕਿ ਕੈਨੇਡੀਅਨਜ਼ ਨੂੰ ਫੂਡ ਲਈ ਤੇ ਕਿਰਾਇਆ ਦੇਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਤੇ ਇਸ ਲਈ ਉਹ ਵਿਆਜ ਦਰਾਂ 'ਚ ਹੋਰ ਵਾਧਾ ਨਾ ਕਰਨ। NDP ਆਗੂ ਜਗਮੀਤ ਸਿੰਘ ਨੇ ਐਬੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਲਿਬਰਲਾਂ ਨੂੰ ਵੀ ਅਜਿਹਾ ਕਰਦਿਆਂ ਹੋਇਆਂ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਿੱਚ ਹੋਰ ਵਾਧਾ ਕਰਨ ਤੋਂ ਰੋਕਣਾ ਚਾਹੀਦਾ ਹੈ। ਇਹਨਾਂ ਤਬਦੀਲੀਆਂ ਬਾਰੇ ਹੋਰ ਵਿਸਥਾਰ ਨਾਲ ਜਾਣਨ ਲਈ ਜਦੋਂ ਸਵਾਲ ਪੁੱਛੇ ਗਿਆ ਤਾਂ ਜਗਮੀਤ ਸਿੰਘ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨਸ ਨੇ ਆਖਿਆ ਕਿ ਜਦੋਂ ਬੈਂਕ ਦੇ ਗਵਰਨਰ ਅਤੇ ਫੈਡਰਲ ਵਿੱਤ ਮੰਤਰੀ ਦਰਮਿਆਨ ਨਿਯਮਿਤ ਗੱਲਬਾਤ ਹੁੰਦੀ ਹੈ ਤਾਂ ਉਸ ਸਮੇਂ ਲਿਬਰਲ ਸੈਂਟਰਲ ਬੈਂਕ ਨੂੰ ਇਹਨਾਂ ਵਿਆਜ ਦਰਾਂ 'ਚ ਵਾਧਾ ਕਰਨ ਤੋਂ ਰੋਕ ਸਕਦੇ ਨੇ।
ਭਾਵੇਂ ਫੈਡਰਲ ਸਰਕਾਰ ਤੇ ਬੈਂਕ ਆਫ ਕੈਨੇਡਾ ਸੈਂਟਰਲ ਬੈਂਕ ਰਲ ਕੇ ਆਦੇਸ਼ ਤੈਅ ਕਰਦੇ ਨੇ, ਪਰ ਇਸ ਦੇ ਕੰਮਕਾਜ ਜਿਸ ਵਿੱਚ ਵਿਆਜ ਦਰਾਂ 'ਚ ਵਾਧੇ ਦਾ ਫੈਸਲਾ ਹੁੰਦਾ ਹੈ ਬੈਂਕ ਵੱਲੋਂ ਆਜ਼ਾਦਾਨਾ ਤੌਰ ਉੱਤੇ ਕੀਤੇ ਜਾਂਦੇ ਨੇ। ਸੈਂਟਰਲ ਬੈਂਕ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੀਆਂ ਵਿਆਜ ਦਰਾਂ 5% ਉੱਤੇ ਹੀ ਰੋਕ ਰਿਹਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਗ੍ਰੀਨ ਬੈਲਟ ਚੋਂ ਨਿਰਮਾਣ ਵਾਸਤੇ ਚੁਣੀਆਂ ਵਿਵਾਦਿਤ ਜ਼ਮੀਨਾਂ ਦਾ ਮੁਲਾਂਕਣ ਕਰੇਗੀ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹ ਸਾਈਟਾਂ ਯੋਗਤਾ ਪੱਖੋਂ ਖਰੀਆਂ ਉਤਰਦੀਆਂ ਨੇ ਤਾਂ ਨਿਰਮਾਣ ਦਾ ਕੰਮ ਅੱਗੇ ਵਧਾਇਆ ਜਾਵੇਗਾ। ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਫੋਰਡ ਨੇ ਕਿਹਾ ਕਿ ਮੁੜ ਮੁਲਾਂਕਣ ਸਾਰੀਆਂ ਗ੍ਰੀਨ ਬੈਲਟ ਜ਼ਮੀਨਾਂ ਅਤੇ ਵਿਕਾਸ ਅਰਜ਼ੀਆਂ ਦੀ ਵਿਆਪਕ ਸਮੀਖਿਆ ਦਾ ਹਿੱਸਾ ਹੋਵੇਗਾ। ਪਿਛਲੀ ਲਿਬਰਲ ਸਰਕਾਰ ਨੇ 2005 'ਚ ਜ਼ਰੂਰੀ ਕੀਤਾ ਸੀ ਕਿ ਗ੍ਰੀਨ ਬੈਲਟ ਜ਼ਮੀਨਾਂ ਦੀ ਹਰ 10 ਸਾਲ 'ਚ ਸਮੀਖਿਆ ਕੀਤੀ ਜਾਵੇ। ਆਖਰੀ ਸਮੀਖਿਆ 2015 'ਚ ਪੂਰੀ ਕੀਤੀ ਗਈ ਸੀ, ਮਤਲਬ ਕਿ ਹੁਣ ਸੂਬਾ ਇਸ ਸਮਾਂ ਸੀਮਾ ਨੂੰ ਲਗਭਗ 2 ਸਾਲ ਪਹਿਲਾਂ ਪਾ ਰਿਹਾ ਹੈ। ਫੋਰਡ ਨੇ ਦੱਸਿਆ ਕਿ ਸੂਬੇ ਦੇ ਨਵੇਂ ਹਾਊਸਿੰਗ ਮਿਨਿਸਟਰ ਪੌਲ ਕੈਲੰਡਰਾ ਇੱਕ ਨਿਰਪੱਖ ਸੂਬਾਈ ਐਡਜੂਕੇਟਰ ਦੇ ਸਹਿਯੋਗ 'ਚ ਸਮੀਖਿਆ ਦੇ ਮਾਪਦੰਡ ਸਥਾਪਿਤ ਕਰਨਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਟੀਵ ਕਲਾਰਕ ਨੇ ਹਾਊਸਿੰਗ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕੈਲੰਡਰਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਫੋਰਡ ਨੇ ਕਿਹਾ ਉੱਪਰੋਂ ਥੱਲੇ ਤੱਕ ਪੂਰੀ ਸਮੀਖਿਆ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਮੀਖਿਆ ਦੌਰਾਨ ਐਡਜੂਡਿਕੇਟਰ ਜ਼ਮੀਨ ਮਾਲਕਾਂ, ਜਿਨ੍ਹਾਂ 'ਚ ਸੂਬੇ ਦੇ ਕਈ ਵੱਡੇ ਡਿਵੈਲਪਰ ਸ਼ਾਮਲ ਨੇ, ਨਾਲ ਨਿਰਮਾਣ ਯੋਜਨਾ ਬਾਰੇ ਵੀ ਗੱਲਬਾਤ ਜਾਰੀ ਰੱਖੇਗਾ। ਫੋਰਡ ਨੇ ਕਿਹਾ ਕਿ ਜ਼ਮੀਨ ਮਾਲਕਾਂ ਤੇ ਸੂਬੇ ਵਿਚਕਾਰ ਹੋਣ ਵਾਲੇ ਕਿਸੇ ਵੀ ਅੰਤਿਮ ਸਮਝੌਤੇ ਨੂੰ ਜਨਤਕ ਤੌਰ ਤੇ ਜਾਰੀ ਕੀਤਾ ਜਾਵੇਗਾ। ਇਹ ਪੁੱਛੇ ਜਾਣ ਤੇ ਕਿ ਕੀ ਲੰਬਿਤ ਸਮੀਖਿਆ ਵਿੱਚ ਹੋਰ ਗ੍ਰੀਨ ਬੈਲਟ ਜ਼ਮੀਨ ਨੂੰ ਹਾਊਸਿੰਗ ਵਿਕਾਸ ਲਈ ਖੋਲ੍ਹਿਆ ਜਾ ਸਕਦਾ ਹੈ, ਫੋਰਡ ਨੇ ਇਸ ਤੋਂ ਇਨਕਾਰ ਨਹੀਂ ਕੀਤਾ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਸਮੀਖਿਆ ਕੀ ਕਹਿੰਦੀ ਹੈ ਤੇ ਅਸੀਂ ਇਸ ਦਾ ਵਿਸ਼ਲੇਸ਼ਣ ਕਰਾਂਗੇ। ਇਹ ਫੈਸਲਾ ਮੰਤਰੀ ਤੇ ਨਿਰਭਰ ਕਰੇਗਾ। ਜ਼ਿਕਰਯੋਗ ਹੈ ਕਿ ਗ੍ਰੀਨ ਬੈਲਟ ਵਿਵਾਦ ਦੇ ਚੱਲਦਿਆਂ ਸੋਮਵਾਰ ਨੂੰ ਸਟੀਵ ਕਲਾਰਕ ਨੇ ਓਨਟਾਰੀਓ ਦੇ ਹਾਊਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲ ਹੀ 'ਚ ਓਨਟਾਰੀਓ ਦੇ ਇੰਟੀਗ੍ਰਿਟੀ ਕਮਿਸ਼ਨਰ ਜੇ ਡੇਵਿਡ ਵੇਕ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਕਲਾਰਕ ਦਾ ਚੀਫ ਆਫ ਸਟਾਫ ਰਾਇਨ ਅਮਾਟੋ ਗ੍ਰੀਨ ਬੈਲਟ ਡੀਲ 'ਚ ਇੱਕ ਅਹਿਮ ਧੁਰਾ ਸੀ, ਜਿਸ ਨੇ ਜ਼ਮੀਨਾਂ ਨੂੰ ਹਾਊਸਿੰਗ ਨਿਰਮਾਣ ਲਈ ਚੁਣਨ ਦੀ ਪ੍ਰਕਿਰਿਆ ਦੌਰਾਨ ਕੁਝ ਡਿਵੈਲਪਰਾਂ ਨੂੰ ਲਾਭ ਪਹੁੰਚਾਇਆ ਤੇ ਮਿਨਿਸਟਰ ਕਲਾਰਕ ਆਪਣੇ ਸਟਾਫ ਦੀ ਨਿਗਰਾਨੀ ਕਰਨ 'ਚ ਅਸਫਲ ਰਹੇ। ਹਾਊਸਿੰਗ ਅਫੋਰਡੇਬਿਲਟੀ ਉੱਤੇ ਪੂਰੀਆਂ ਗਰਮੀਆਂ 'ਚ ਆਪਣਾ ਧਿਆਨ ਕੇਂਦਰਿਤ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਹਾਊਸਿੰਗ ਦੇ ਮਾਮਲੇ 'ਚ ਭਰੋਸੇਯੋਗਤਾ 'ਚ ਕੰਜ਼ਰਵੇਟਿਵਾਂ ਤੇ ਨਿਊ ਡੈਮੋਕ੍ਰੇਟਸ ਤੋਂ ਪਿੱਛੇ ਹੈ। ਨੈਨੋਜ਼ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਜਦੋਂ ਹਾਊਸਿੰਗ ਦੀਆਂ ਕੀਮਤਾਂ 'ਚ ਵਾਧੇ ਨੂੰ ਰੋਕਣ ਦੀ ਗੱਲ ਆਉਂਦੀ ਹੈ ਤਾਂ ਲਿਬਰਲਾਂ ਨਾਲੋਂ ਪੀਅਰ ਪੋਲੀਏਵਰ ਤੇ ਕੰਜ਼ਰਵੇਟਿਵ ਅਤੇ ਜਗਮੀਤ ਸਿੰਘ ਦੀ NDP ਵਧੇਰੇ ਭਰੋਸੇ ਲਾਇਕ ਫੈਡਰਲ ਪਾਰਟੀਆਂ ਹਨ। ਇਹ ਸਵਾਲ ਪੁੱਛੇ ਜਾਣ ਉੱਤੇ ਕਿ ਹਾਊਸਿੰਗ ਅਫੋਰਡੇਬਿਲਟੀ ਦੇ ਮਾਮਲੇ 'ਚ ਕਿਸ ਪਾਰਟੀ ਉੱਤੇ ਸਭ ਤੋਂ ਵੱਧ ਯਕੀਨ ਕੀਤਾ ਜਾ ਸਕਦਾ ਹੈ ਤਾਂ ਸਰਵੇਖਣ 'ਚ ਹਿੱਸਾ ਲੈਣ ਵਾਲੇ 25% ਲੋਕਾਂ ਨੇ ਕੰਜ਼ਰਵੇਟਿਵਾਂ ਦਾ ਨਾਮ ਲਿਆ, 22% ਨੇ NDP ਨੂੰ ਵਧੀਆ ਦੱਸਿਆ, 22% ਨੇ ਆਖਿਆ ਕਿ ਕਿਸੇ ਵੀ ਪਾਰਟੀ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਜਦਕਿ 15% ਨੇ ਲਿਬਰਲਾਂ ਦਾ ਨਾਮ ਲਿਆ। ਇੱਕ ਇੰਟਰਵਿਊ ਵਿੱਚ ਨਿਕ ਨੈਨੋਜ਼ ਨੇ ਆਖਿਆ ਕਿ ਇਹ ਅੰਕੜੇ ਲਿਬਰਲਾਂ ਲਈ ਕੋਈ ਬਹੁਤੀ ਵਧੀਆ ਖਬਰ ਨਹੀਂ ਹਨ। ਹੋਰਨਾਂ 7% ਨੇ ਆਖਿਆ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਪਾਰਟੀ ਉੱਤੇ ਇਸ ਮਾਮਲੇ 'ਚ ਭਰੋਸਾ ਕੀਤਾ ਜਾ ਸਕਦਾ ਹੈ। 4% ਨੇ ਆਖਿਆ ਕਿ ਬਲਾਕ ਕਿਊਬਿਕੁਆ, 3% ਨੇ ਆਖਿਆ ਗ੍ਰੀਨ ਪਾਰਟੀ ਤੇ 2% ਨੇ ਪੀਪਲਜ਼ ਪਾਰਟੀ ਆਫ ਕੈਨੇਡਾ ਦਾ ਨਾਮ ਲਿਆ। ਇਸ ਸਰਵੇਖਣ ਤੋਂ ਬਾਅਦ ਹਾਊਸਿੰਗ ਮਿਨਿਸਟਰ ਸ਼ੌਨ ਫਰੇਜ਼ਰ ਨੇ ਆਖਿਆ ਕਿ ਉਹ ਬਿਲਕੁਲ ਸਮਝ ਚੁੱਕੇ ਨੇ ਕਿ ਕੈਨੇਡੀਅਨਸ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਇਸ ਮਾਮਲੇ 'ਚ ਕਮਰ ਕੱਸੇ ਅਤੇ ਲੀਡਰਸ਼ਿਪ ਭੂਮਿਕਾ ਨਿਭਾਵੇ। ਕੈਨੇਡੀਅਨਸ ਸਾਨੂੰ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਵੇਖਣਾ ਚਾਹੁੰਦੇ ਨੇ। ਉਹਨਾਂ ਆਖਿਆ ਕਿ ਆਉਣ ਵਾਲੇ ਮਹੀਨਿਆਂ 'ਚ ਉਹ ਅਜਿਹੇ ਮਾਪਦੰਡ ਲੈ ਕੇ ਆਉਣਗੇ ਜਿਸ ਨਾਲ ਕੈਨੇਡਾ 'ਚ ਹਾਊਸਿੰਗ ਅਫੋਰਡੇਬਿਲਟੀ ਦਾ ਸੰਕਟ ਦੂਰ ਹੋ ਜਾਵੇਗਾ। ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ। ਨਾਰਥ ਬੇ ਸ਼ਹਿਰ 'ਚ ਧਰਨੇ ਤੇ ਬੈਠੇ ਇਹਨਾਂ ਵਿਦਿਆਰਥੀਆਂ ਨੇ ਇੱਕ ਦਿਨ ਇੱਕ ਰਾਤ ਵਿੱਚ ਹੀ ਪੱਕਾ ਮੋਰਚਾ ਜਿੱਤ ਲਿਆ। ਇਹਨਾਂ ਨੇ ਸਖਤ ਜ਼ਾਬਤੇ, ਸਹੀ ਦਿਸ਼ਾ ਤੇ ਸਿਦਕ ਨਾਲ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਅਗਵਾਈ 'ਚ ਇੱਕ ਸਫਲਤਾ ਹਾਸਲ ਕੀਤੀ ਹੈ। ਕਾਲਜ ਪ੍ਰਬੰਧਕ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਸਸਤੇ ਭਾਅ ਤੇ ਰਿਹਾਇਸ਼ ਸਣੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਨਾਰਥ ਬੇ ਸ਼ਹਿਰ ਦੇ ਕੈਨਾਡੋਰ ਕਾਲਜ ਦੇ ਵਿਦਿਆਰਥੀ ਪੱਕੀ ਅਤੇ ਸਸਤੀ ਰਿਹਾਇਸ਼ ਦੀ ਮੰਗ ਨੂੰ ਲੈ ਕੇ
ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਜਥੇਬੰਦੀ ਦੀ ਅਗਵਾਈ ਹੇਠ ਪੱਕੇ ਮੋਰਚੇ ਦੇ ਉੱਤੇ ਬੈਠੇ ਸੀ, ਜੋ ਉਹਨਾਂ ਨੇ ਫਤਿਹ ਕਰ ਲਿਆ। ਕੈਨਾਡੋਰ ਕਾਲਜ ਨੇ ਆਪਣੀ ਰਿਹਾਇਸ਼ ਸਮਰੱਥਾ ਤੋਂ ਵੱਧ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਹੋਏ ਸਨ। ਇੱਕ ਅੰਦਾਜ਼ੇ ਮੁਤਾਬਕ ਸਤੰਬਰ 2023 ਦੇ ਬੈਚ 'ਚ ਤਕਰੀਬਨ 3500 ਵਿਦਿਆਰਥੀਆਂ ਨੇ ਕੈਨਾਡੋਰ ਕਾਲਜ 'ਚ ਦਾਖਲਾ ਲਿਆ। ਨਾਰਥ ਬੇ ਕੈਨੇਡਾ ਦਾ ਇੱਕ ਘੱਟ ਵਸੋਂ ਵਾਲਾ ਸ਼ਹਿਰ ਹੈ, ਜਿੱਥੇ ਆਮ ਤੌਰ ਤੇ ਰਿਹਾਇਸ਼ੀ ਮਕਾਨਾਂ ਦੀ ਪਹਿਲਾਂ ਹੀ ਕਮੀ ਹੈ। ਪਬਲਿਕ ਪ੍ਰਾਈਵੇਟ ਹਿੱਸੇਦਾਰੀ ਦੀ ਨੀਤੀ ਦੇ ਚੱਲਦਿਆਂ ਕਾਲਜ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਰੈਗੂਲੇਟ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਵਿਦਿਆਰਥੀਆਂ ਨੂੰ ਕਾਲਜ ਦੇ ਰਹਿਮੋ ਕਰਮ ਤੇ ਹੀ ਛੱਡ ਦਿੱਤਾ ਗਿਆ। ਵਿਦਿਆਰਥੀ ਲਗਾਤਾਰ ਕਈ ਹਫ਼ਤਿਆਂ ਤੋਂ ਰਿਹਾਇਸ਼ ਦੀ ਮੰਗ ਕਰਦੇ ਆ ਰਹੇ ਸੀ, ਪਰ ਕਾਲਜ ਨੇ ਚੁੱਪ ਧਾਰੀ ਹੋਈ ਸੀ। ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ ਤੇ ਮਜਬੂਰਨ ਵਿਦਿਆਰਥੀਆਂ ਨੂੰ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਅਗਵਾਈ 'ਚ ਪੱਕਾ ਮੋਰਚਾ ਲਾਉਣਾ ਪਿਆ। ਦਰਅਸਲ ਯੂਨੀਵਰਸਿਟੀ ਨੇ ਈਮੇਲ ਰਾਹੀਂ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਰਿਹਾਇਸ਼ ਮੁਹੱਈਆ ਕਰਵਾਉਣਗੇ, ਪਰ ਇੱਥੇ ਆਉਣ ਉੱਤੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸਾਰੇ ਕਮਰੇ ਪਹਿਲਾਂ ਹੀ ਭਰ ਚੁੱਕੇ ਨੇ। ਵਿਦਿਆਰਥੀ ਮੋਟਲਾਂ 'ਚ $140 ਤੋਂ ਲੈ ਕੇ $200 ਤੱਕ ਇੱਕ ਰਾਤ ਦਾ ਕਿਰਾਇਆ ਭਰਨ ਲਈ ਮਜਬੂਰ ਨੇ। ਇਹ ਰਿਹਾਇਸ਼ ਵੀ ਆਰਜ਼ੀ ਹੈ। ਜਿਹੜੇ ਵਿਦਿਆਰਥੀ ਬਰੈਂਪਟਨ ਤੋਂ ਟੈਕਸੀਆਂ ਰਾਹੀਂ ਰੋਜ਼ਾਨਾ ਆ ਜਾ ਰਹੇ ਨੇ, ਉਹ ਪ੍ਰਤੀ ਵਿਅਕਤੀ $120 ਤੋਂ ਲੈ ਕੇ $140 ਤੱਕ ਦਾ ਭਾੜਾ ਦੇ ਰਹੇ ਨੇ। ਕਿਊਬਿਕ ਵਿਖੇ ਇੱਕ ਘਰ ਅੰਦਰੋਂ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਊਬਿਕ ਸੂਬਾਈ ਪੁਲਿਸ ਦਾ ਕਹਿਣਾ ਹੈ ਕਿ ਉਸ ਵੱਲੋਂ ਇਸ ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਸੋਮਵਾਰ ਰਾਤੀ ਮੌਂਟਰੀਅਲ ਤੋਂ ਲਗਭਗ 485 ਕਿਲੋਮੀਟਰ ਉੱਤਰ ਪੱਛਮ 'ਚ ਅਮੋਸ ਵਿਖੇ ਇੱਕ ਘਰ 'ਚੋਂ ਮਿਲੀਆਂ। ਸਾਰਜੈਂਟ ਨੈਂਸੀ ਫੋਰਨੀਆ ਦਾ ਕਹਿਣਾ ਹੈ ਕਿ ਫੋਰਸ ਦੀ ਕ੍ਰਾਈਮ ਯੂਨਿਟ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਫੋਰੈਂਸਿਕ ਟੈਕਨੀਸ਼ੀਅਨ ਨੇ ਮੰਗਲਵਾਰ ਨੂੰ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਘਰ ਦਾ ਨਿਰੀਖਣ ਕੀਤਾ। ਜਾਂਚਕਰਤਾਵਾਂ ਨੇ ਮੌਤ ਦੇ ਕਿਸੇ ਵੀ ਕਾਰਨ ਬਾਰੇ ਜਾਣਕਾਰੀ ਨਹੀਂ ਦਿੱਤੀ ਤੇ ਇਸ ਸਮੇਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਅਨੁਮਾਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਫੋਰਨੀਆ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਘਰ ਦੇ ਅੰਦਰ ਰਹਿਣ ਵਾਲੇ ਲੋਕਾਂ ਦੀ ਭਲਾਈ ਬਾਰੇ ਚਿੰਤਾ ਪ੍ਰਗਟਾਉਣ ਮਗਰੋਂ ਪੁਲਿਸ ਮੌਕੇ ਤੇ ਪਹੁੰਚੀ। ਉਸਨੇ ਪੀੜਤਾਂ ਦੀ ਪਛਾਣ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਮਿਊਨਿਸਪਲ ਵਰਲਡ ਵੱਲੋਂ ਸਿਟੀ ਆਫ ਬਰੈਂਪਟਨ ਦੇ ਵਾਰਡ ਨੰਬਰ 1 ਤੇ 5 ਲਈ ਰੀਜਨਲ ਕਾਉਂਸਲਰ ਰੋਵੇਨਾ ਸੈਂਟੋਸ ਨੂੰ ਸਾਲ 2023 ਲਈ ਲੋਕਲ ਗਵਰਨਮੈਂਟ ਅਵਾਰਡ 'ਚ ਮਿਊਨਿਸਪਲ ਵਰਲਡਸ ਵੂਮਨ ਆਫ ਇਨਫਲੂਐਂਸ ਲਈ ਚੁਣਿਆ ਗਿਆ ਹੈ। ਇਹ ਪਹਿਲੀ ਵਾਰੀ ਹੈ ਕਿ ਮਿਊਨਿਸਪਲ ਵਰਲਡ ਵੱਲੋਂ ਲੋਕਲ ਗਵਰਨਮੈਂਟ ਅਵਾਰਡ ਵਿੱਚ ਵੂਮਨ ਆਫ ਇਨਫਲੂਐਂਸ ਲਈ ਸਨਮਾਨਿਤ ਮਹਿਲਾ ਐਲਾਨਿਆ ਗਿਆ। ਇਹ ਅਵਾਰਡ ਉਹਨਾਂ ਮਹਿਲਾਵਾਂ ਨੂੰ ਦਿੱਤਾ ਜਾਂਦਾ ਕਰੇਗਾ ਜਿਨ੍ਹਾਂ ਨੇ ਪ੍ਰਸ਼ਾਸਕੀ ਜਾਂ ਸਿਆਸੀ ਖੇਤਰ 'ਚ ਚੰਗਾ ਨਾਮਣਾ ਖੱਟਿਆ ਹੋਵੇਗਾ ਤੇ ਯੋਗਦਾਨ ਪਾਇਆ ਹੋਵੇਗਾ। ਇਸ ਉੱਤੇ ਸੈਂਟੋਸ ਨੇ ਆਖਿਆ ਕਿ ਉਹ ਵੀ ਇੱਕ ਮਾਂ, ਭੈਣ, ਧੀ ਹੈ ਤੇ ਇਹ ਅਵਾਰਡ ਹਾਸਲ ਕਰਨਾ ਉਹਨਾਂ ਲਈ ਮਾਣ ਵਾਲੀ ਗੱਲ ਹੈ। ਸਿਆਸਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਔਰਤਾਂ ਲਈ ਇਹ ਅਵਾਰਡ ਉਹਨਾਂ ਦੇ ਕੰਮ ਦੀ ਗਵਾਹੀ ਭਰਦਾ ਹੈ। ਉਹਨਾਂ ਆਖਿਆ ਕਿ ਉਹ ਸਾਰੀਆਂ ਔਰਤਾਂ ਆਪਣੀ ਕੌਂਸਲ ਅਤੇ ਸਿਟੀ ਕੁਲੀਗਸ ਦੀ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਉਹਨਾਂ ਲਈ ਇਹ ਰਾਹ ਤਿਆਰ ਕੀਤਾ। ਫੈਡਰਲ ਡਿਸਟ੍ਰਿਕਟ ਜੱਜ ਡੇਵਿਡ ਏਜ਼ਰਾ ਨੇ ਬੁੱਧਵਾਰ ਨੂੰ ਆਪਣੇ ਆਦੇਸ਼ 'ਚ ਲਿਖਿਆ, ਟੈਕਸਾਸ ਲਈ ਬਦਕਿਸਮਤੀ ਨਾਲ ਦੇਸ਼ ਦੇ ਸਮੁੰਦਰੀ ਪਾਣੀਆਂ ਵਿੱਚ ਰੁਕਾਵਟਾਂ ਨੂੰ ਸਥਾਪਿਤ ਕਰਨ ਤੋਂ ਪਹਿਲਾਂ ਸੰਘੀ ਕਾਨੂੰਨ ਦੀ ਜ਼ਰੂਰਤ ਹੈ। ਇਹਨਾਂ ਰੁਕਾਵਟਾਂ ਨੂੰ ਹਟਾਉਣ ਅਤੇ ਹੋਰ ਰੁਕਾਵਟਾਂ ਨੂੰ ਰੋਕਣ ਲਈ ਇੱਕ ਸ਼ੁਰੂਆਤੀ ਹੁਕਮ ਜਾਰੀ ਕਰਦੇ ਹੋਏ ਲਿਖਿਆ ਗਿਆ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਦੇ ਦਫ਼ਤਰ ਨੇ ਤੁਰੰਤ ਐਜ਼ਰਾ ਦੇ ਫੈਸਲੇ ਨੂੰ 5ਵੇਂ ਸਰਕਟ ਲਈ ਯੂਐਸ ਕੋਰਟ ਆਫ ਅਪੀਲਸ 'ਚ ਅਪੀਲ ਕੀਤੀ। ਇਹ ਦਾਅਵਾ ਕਰਦੇ ਹੋਏ ਕਿ ਰਾਜ ਇਸ ਲੜਾਈ ਨੂੰ ਯੂਐਸ ਸੁਪਰੀਮ ਕੋਰਟ 'ਚ ਲੈ ਕੇ ਜਾਣ ਲਈ ਤਿਆਰ ਹੈ। ਗਵਰਨਰ ਦੇ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਅੱਜ ਦਾ ਅਦਾਲਤੀ ਫੈਸਲਾ ਰਾਸ਼ਟਰਪਤੀ ਬਾਈਡਨ ਦੇ ਇਹ ਮੰਨਣ ਤੋਂ ਜਾਣ ਬੁੱਝ ਕੇ ਇਨਕਾਰ ਕਰਨ ਨੂੰ ਲੰਮਾ ਕਰਦਾ ਹੈ ਕਿ ਟੈਕਸਾਸ ਸਹੀ ਢੰਗ ਨਾਲ ਉਹ ਕੰਮ ਕਰਨ ਲਈ ਅੱਗੇ ਵਧ ਰਿਹਾ ਹੈ ਜੋ ਉਸ ਨੂੰ ਕਰਨਾ ਚਾਹੀਦਾ ਸੀ। ਗਵਰਨਰ ਨੇ ਦਫ਼ਤਰ ਦੇ ਇੱਕ ਬਿਆਨ ਦੇ ਵਿੱਚ ਕਿਹਾ ਹੈ, ਮਈ 'ਚ ਟਾਈਟਲ 42 ਦੇ ਅੰਤ ਦੇ ਮੱਦੇਨਜ਼ਰ ਐਬੋਟ ਨੇ ਈਗਲ ਪਾਸ ਪੱਛਮੀ ਟੈਕਸਾਸ ਜੋ ਕਿ ਮੈਕਸੀਕਨ ਸ਼ਹਿਰ ਪੀਡਰਾਸ ਨੇਗਰਾਸ ਨਾਲ ਸਰਹੱਦ ਨੂੰ ਸਾਂਝਾ ਕਰਦਾ ਹੈ ਦੇ ਨਾਲ ਲੱਗਦੀ ਸਰਹੱਦੀ ਨਦੀ ਦੇ ਮੱਧ 'ਚ 1000 ਫੁੱਟ ਸਟ੍ਰਿੰਗ ਬੁਆਇਜ਼ ਦੀ ਤੈਨਾਤੀ ਦਾ ਆਦੇਸ਼ ਦਿੱਤਾ। ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਜੁਲਾਈ 'ਚ ਟੈਕਸਾਸ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਰਿਪਬਲਿਕਨ ਦੀ ਅਗਵਾਈ ਵਾਲੇ ਰਾਜ ਅਤੇ ਇਸ ਦੇ ਗਵਰਨਰ ਨੇ ਯੂਐਸ ਆਰਮੀ ਕੋਰ ਆਫ ਇੰਜੀਨੀਅਰਸ ਦੀ ਇਜਾਜ਼ਤ ਤੋਂ ਬਿਨਾਂ ਅਮਰੀਕੀ ਪਾਣੀਆਂ ਵਿੱਚ ਇੱਕ ਢਾਂਚਾ ਬਣਾ ਕੇ ਰਿਵਰਸ ਐਂਡ ਹਾਰਬਰਸ ਐਪਰੋਪ੍ਰੀਏਸ਼ਨ ਐਕਟ ਦੀ ਉਲੰਘਣਾ ਕੀਤੀ ਹੈ। ਰਾਜ ਨੇ ਦਲੀਲ ਦਿੱਤੀ ਕਿ ਰੁਕਾਵਟ ਇੱਕ ਅਜਿਹਾ ਢਾਂਚਾ ਨਹੀਂ ਹੈ ਜਿਸ ਲਈ ਅਧਿਕਾਰ ਦੀ ਲੋੜ ਹੈ ਤੇ ਇਹ ਕਿ ਇਸ ਨੇ ਇੰਟਰਨੈਸ਼ਨਲ ਬਾਉਂਡਰੀ ਵਾਟਰ ਕਮਿਸ਼ਨ
ਦੋ ਰਾਸ਼ਟਰੀ ਸੰਸਥਾ ਜੋ ਰੀਓ ਗ੍ਰਾਂਡੇ ਨੂੰ ਨਿਯੰਤਰਿਤ ਕਰਦੀ ਹੈ ਨੂੰ ਸਥਾਪਨਾ ਤੋਂ ਪਹਿਲਾਂ ਸੂਚਿਤ ਕੀਤਾ ਸੀ। ਮੈਕਸੀਕਨ ਸਰਕਾਰ ਨੇ ਰੀਓ ਗ੍ਰਾਂਡੇ 'ਚ ਪਾਣੀ ਦੀਆਂ ਰੁਕਾਵਟਾਂ ਦੀ ਸਥਾਪਨਾ ਦੀ ਨਿੰਦਾ ਕੀਤੀ ਹੈ। ਟੈਕਸਾਸ ਦੇ ਕਦਮ ਨੂੰ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਕਿਹਾ ਹੈ। ਅਸੀਂ ਪ੍ਰਵਾਸੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਨਿੱਜੀ ਸੁਰੱਖਿਆ ਤੇ ਪੈਣ ਵਾਲੇ ਪ੍ਰਭਾਵ ਬਾਰੇ ਆਪਣੀ ਚਿੰਤਾ ਜ਼ਾਹਰ ਕਰਦੇ ਹਾਂ ਜੋ ਇਹਨਾਂ ਰਾਜ ਦੀਆਂ ਨੀਤੀਆਂ ਦੇ ਹੋਣਗੇ ਜੋ ਸਾਡੇ ਦੇਸ਼ ਅਤੇ ਅਮਰੀਕਾ ਦੀ ਸੰਘੀ ਸਰਕਾਰ ਵਿਚਕਾਰ ਨਜ਼ਦੀਕੀ ਸਹਿਯੋਗ ਦੇ ਉਲਟ ਦਿਸ਼ਾ ਵਿੱਚ ਜਾਂਦੇ ਨੇ, ਮੈਕਸੀਕਨ ਮੰਤਰਾਲੇ ਨੇ ਕਿਹਾ ਹੈ। ਬੁੱਧਵਾਰ ਨੂੰ ਇੱਕ ਬਿਆਨ 'ਚ ਵਿਭਾਗ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਦਿੱਤੇ ਗਏ ਡ੍ਰਿਲਿੰਗ ਲੀਜ਼ ਨੂੰ ਰੱਦ ਕਰਨ ਦੇ ਨਾਲ 13 ਮਿਲੀਅਨ ਏਕੜ ਉਜਾੜ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਗ੍ਰਹਿ ਸਕੱਤਰ ਦੇਬ ਹਾਲੈਂਡ ਨੇ ਕਿਹਾ ਹੈ ਕਿ ਇਹ ਫੈਸਲਾ ਇੱਕ ਸੰਵੇਦਨਸ਼ੀਲ ਲੈਂਡਸਕੇਪ ਦੀ ਰੱਖਿਆ ਕਰੇਗਾ ਜੋ ਜਲਵਾਯੂ ਪਰਿਵਰਤਨ ਤੋਂ ਅਸਪਸ਼ਟ ਤੌਰ ਤੇ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਆਰਕਟਿਕ ਬਾਕੀ ਗ੍ਰਹਿ ਨਾਲੋਂ 2 ਤੋਂ 4 ਗੁਣਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਸਾਡੀ ਸਾਰੀ ਉਮਰ ਲਈ ਇਸ ਖਜ਼ਾਨੇ ਵਾਲੇ ਖੇਤਰ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ। ਉਸਨੇ ਕਿਹਾ ਇਹ ਫੈਸਲਾ ਆਰਕਟਿਕ ਨੈਸ਼ਨਲ ਵਾਈਲਡਲਾਈਫ ਰਿਫਿਊਜ ਦੀ ਰੱਖਿਆ ਕਰੇਗਾ ਅਤੇ ਅਲਾਸਕਾ ਦੇ ਮੂਲ ਨਿਵਾਸੀਆਂ ਦੇ ਸੱਭਿਆਚਾਰ, ਇਤਿਹਾਸ ਅਤੇ ਸਥਾਈ ਬੁੱਧੀ ਦਾ ਸਨਮਾਨ ਕਰੇਗਾ ਜੋ ਪੁਰਾਣੇ ਸਮੇਂ ਤੋਂ ਇਹਨਾਂ ਧਰਤੀਆਂ ਤੇ ਰਹਿੰਦੇ ਨੇ। ਇਸ ਫੈਸਲੇ ਦੀ ਕੁਝ ਸਥਾਨਕ ਕਬੀਲਿਆਂ ਦੇ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ। ਆਰਕਟਿਕ ਵਿਲੇਜ ਅਤੇ ਵੈਨਿਟੀ ਕਬਾਇਲੀ ਸਰਕਾਰਾਂ ਨੇ ਕਿਹਾ ਕਿ ਇਹ ਇਹਨਾਂ ਜ਼ਮੀਨਾਂ ਦੀ ਸੱਚੀ ਅਰਥਪੂਰਨ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ ਜੋ ਸਾਡੇ ਲੋਕਾਂ ਦੇ ਹੁਣ ਅਤੇ ਭਵਿੱਖ 'ਚ ਬਚਾਅ ਲਈ ਬਹੁਤ ਜ਼ਰੂਰੀ ਹਨ। ਆਰਕਟਿਕ ਨੈਸ਼ਨਲ ਵਾਈਲਡਲਾਈਫ ਰਿਫਿਊਜ 'ਚ ਰਿਮੋਟ ਉੱਤਰ ਪੂਰਬੀ ਅਲਾਸਕਾ 'ਚ 19.6 ਮਿਲੀਅਨ ਏਕੜ ਜ਼ਮੀਨ ਸ਼ਾਮਲ ਹੈ। ਇਹ ਉੱਤਰੀ ਅਮਰੀਕਾ ਦੇ ਰਿੱਛਾਂ ਦੀਆਂ ਤਿੰਨੋਂ ਕਿਸਮਾਂ ਤੇ ਪੋਰਕਯੂਪਾਈਨ ਕੈਰੂਬੂ ਝੁੰਡ, ਕੇਂਦਰੀ ਆਰਕਟਿਕ ਕੈਰੀਬੂ ਝੁੰਡ, ਡੱਲ ਭੇਡ, ਮਸਕੌਕਸ ਬਘਿਆੜ ਅਤੇ ਵੁਲਵਰਾਈਨ ਦਾ ਘਰ ਹੈ। ਪਨਾਹ ਇਨਪੁਆਟ ਅਤੇ ਗੁਆਇਚਿਨ ਲੋਕਾਂ ਦੇ ਰਵਾਇਤੀ ਵਤਨ ਤੇ ਸਥਿਤ ਹੈ। ਲਗਭਗ ਦੱਖਣੀ ਕੈਰੋਲੀਨਾ ਦੇ ਆਕਾਰ ਦੇ ਇਸ ਕੋਲ ਕੋਈ ਸੜਕ ਜਾਂ ਸਹੂਲਤ ਨਹੀਂ ਹੈ। ਇੱਕ ਨਵੇਂ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ਤੇ ਸਥਾਈ ਨਿਵਾਸੀ ਕਾਰਡ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਇਹ ਅਮਰੀਕਾ 'ਚ ਪ੍ਰਵਾਸੀਆਂ ਨੂੰ ਸਬੂਤ ਦੇ ਤੌਰ ਤੇ ਜਾਰੀ ਕੀਤਾ ਜਾਣ ਵਾਲਾ ਇੱਕ ਦਸਤਾਵੇਜ਼ ਹੈ ਜੋ ਦੱਸਦਾ ਹੈ ਕਿ ਧਾਰਕ ਨੂੰ ਸਥਾਈ ਰੂਪ 'ਚ ਦੇਸ਼ 'ਚ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਹਰ ਮੁਲਕ ਦੇ ਲੋਕਾਂ ਨੂੰ ਗ੍ਰੀਨ ਕਾਰਡ ਜਾਰੀ ਕਰਨ ਦੀ ਗਿਣਤੀ ਸੀਮਤ ਹੈ। ਅਮਰੀਕੀ ਥਿੰਕ ਟੈਂਕ ਕੈਟੋ ਇੰਸਟੀਚਿਊਟ ਦੇ ਡੇਵਿਡ ਜੇ ਬਾਇਰ ਦੇ ਅਧਿਐਨ ਮੁਤਾਬਕ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਬਕਾਇਆ ਅਰਜ਼ੀਆਂ ਦੀ ਗਿਣਤੀ ਇਸ ਸਾਲ 18 ਲੱਖ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਇਹਨਾਂ ਵਿੱਚੋਂ 11 ਲੱਖ ਅਰਜ਼ੀਆਂ ਭਾਰਤ ਤੋਂ ਹਨ, ਕਰੀਬ 2,50,000 ਚੀਨ ਤੋਂ ਹਨ। ਅਧਿਐਨ ਮੁਤਾਬਕ ਕਿਸੇ ਵੀ ਦੇਸ਼ ਨੂੰ 7% ਤੋਂ ਵੱਧ ਗ੍ਰੀਨ ਕਾਰਡ ਨਹੀਂ ਦਿੱਤੇ ਜਾ ਸਕਦੇ। ਭਾਰਤੀਆਂ ਦੀਆਂ 11 ਲੱਖ ਬਕਾਇਆ ਅਰਜ਼ੀਆਂ ਵਿੱਚੋਂ ਜ਼ਿਆਦਾਤਰ ਖਾਮੀਆਂ ਵਾਲੀਆਂ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ਿਕਾਰ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਨਵੇਂ ਆਰਜ਼ੀ ਕਰਤਾਵਾਂ ਨੂੰ ਜੀਵਨ ਭਰ ਲਈ ਇੰਤਜ਼ਾਰ ਕਰਨਾ ਪਵੇਗਾ ਤੇ 4 ਲੱਖ ਤੋਂ ਵੱਧ ਲੋਕਾਂ ਦੀ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਮੌਤ ਵੀ ਹੋ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੋਨ ਆਇਆ ਕਿ ਕੈਲੀਫੋਰਨੀਆ ਐਵਨਿਊ ਉੱਤੇ 4 ਕਾਰਾਂ ਅਤੇ ਇੱਕ ਸੈਮੀ ਟਰੱਕ ਦੀ ਭਿਆਨਕ ਟੱਕਰ ਹੋ ਗਈ। ਉਹਨਾਂ ਦੀ ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਕਿ ਸੈਮੀ ਟਰੱਕ ਦਾ ਡਰਾਈਵਰ ਉੱਤਰ ਵੱਲ ਜਾ ਰਿਹਾ ਸੀ, ਜਿੱਥੇ ਉਹ ਲਾਲ ਬੱਤੀ ਤੇ ਰੁਕੇ 3 ਵਾਹਨਾਂ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਸਾਰੇ ਵਾਹਨ ਚੁਰਾਹੇ ਤੋਂ ਹੋ ਕੇ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਚਲੇ ਗਏ। ਟਰੱਕ ਅਤੇ ਇੱਕ ਹੋਰ ਕਾਰ ਇਮਾਰਤ ਨਾਲ ਟਕਰਾ ਗਈ ਅਤੇ ਇਸ ਵਿੱਚ ਅੱਗ ਲੱਗ ਗਈ, ਜਦਕਿ ਤੀਜਾ ਵਾਹਨ ਇੱਕ ਪੱਥਰ ਨਾਲ ਟਕਰਾ ਕੇ ਪਲਟ ਗਿਆ ਤੇ ਚੌਥਾ ਵਾਹਨ ਇੱਕ ਹੋਰ ਵਾਹਨ ਨਾਲ ਟਕਰਾ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਾਹਨ ਦਾ ਡਰਾਈਵਰ ਜਸਕਰਨ ਸਿੰਘ, ਜਿਸ ਦੀ ਉਮਰ 28 ਸਾਲ ਹੈ, ਜਸਕਰਨ ਸਿੰਘ ਨੇ ਹਾਦਸਾ ਵਾਪਰਨ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਸ ਨੂੰ ਹਾਦਸੇ ਵਾਲੀ ਥਾਂ ਦੇ ਨੇੜਿਓਂ ਹਿਰਾਸਤ 'ਚ ਲੈ ਲਿਆ ਗਿਆ। ਪੁਲਿਸ ਵੱਲੋਂ ਪਹਿਲਾਂ ਜਸਕਰਨ ਦਾ ਹਸਪਤਾਲ 'ਚ ਲਿਜਾ ਕੇ ਮੈਡੀਕਲ ਕਰਵਾਇਆ ਗਿਆ। ਬਾਅਦ ਵਿੱਚ ਉਸ ਤੇ ਇਰਾਦਾ ਕਤਲ ਦਾ ਮੁਕੱਦਮਾ ਅਤੇ 8 ਹੋਰ ਕੇਸ ਪਾ ਕੇ ਲਾ ਪਾਜ਼ ਕਾਉਂਟੀ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਹਾਦਸੇ ਸਮੇਂ ਜਸਕਰਨ ਕਿਸੇ ਨਸ਼ੇ ਕਾਰਨ ਜਾਂ ਕਿਸੇ ਹੋਰ ਕਾਰਨ ਨੀਂਦ ਦੀ ਹਾਲਤ ਵਿੱਚ ਟਰੱਕ ਚਲਾ ਰਿਹਾ ਸੀ। ਜਸਕਰਨ $1 ਮਿਲੀਅਨ ਦੀ ਬੇਲ ਤੇ ਅੰਦਰ ਹੈ, ਪਰੰਤੂ ਅਜੇ ਤੱਕ ਜਸਕਰਨ ਦੇ ਓਵਰ ਸਪੀਡ ਵਿੱਚ ਟਰੱਕ ਚਲਾਉਣ ਦਾ ਕਾਰਨ ਪਤਾ ਲਗਾਉਣ ਵਿੱਚ ਪੁਲਿਸ ਕਾਮਯਾਬ ਨਹੀਂ ਹੋਈ। ਪੁਲਿਸ ਬਹੁਤ ਡੂੰਘਾਈ 'ਚ ਜਾ ਕੇ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ
ਟੀਵੀ ਪੰਜਾਬ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੰਗਾਪੁਰ 'ਚ ਵਪਾਰਕ ਨੇਤਾਵਾਂ ਤੇ ਨਿਵੇਸ਼ਕਾਂ ਨਾਲ ਕੀਤੀ ਮੁਲਾਕਾਤ। ਸਾਂਝੇ ਖੋਜ ਅਤੇ ਵਿਕਾਸ ਸਹਿਯੋਗ ਦੇ ਮੌਕਿਆਂ ਕੈਨੇਡਾ ਤੇ ਸਿੰਗਾਪੁਰ ਵਿਚਕਾਰ ਗਤੀਸ਼ੀਲ ਤੇ ਵਧ ਰਹੇ ਵਪਾਰਕ ਸਬੰਧਾਂ ਬਾਰੇ ਕੀਤੀ ਗੱਲ। ਬੈਂਕ ਆਫ ਕੈਨੇਡਾ ਨੇ ਵਿਆਜ ਦਰ 'ਚ ਨਹੀਂ ਕੀਤਾ ਵਾਧਾ, ਇਸ ਨੂੰ 5% ਤੇ ਬਰਕਰਾਰ ਰੱਖਿਆ। ਵਿੱਤੀ ਸੂਚਕਾਂ ਨੇ ਆਰਥਿਕਤਾ 'ਚ ਧੀਮੇਪਣ ਦਾ ਦਿੱਤਾ ਸੰਕੇਤ। ਜੁਲਾਈ 'ਚ ਕੈਨੇਡਾ 'ਚ 6000 ਨੌਕਰੀਆਂ ਖਤਮ ਹੋਈਆਂ ਤੇ ਬੇਰੋਜ਼ਗਾਰੀ ਦਰ 5.5% ਤੇ ਪਹੁੰਚੀ। ਰਿਹਾਇਸ਼ ਦੇ ਮੁੱਦੇ ਤੇ ਲੋਕਾਂ ਨੇ ਪੀਅਰ ਤੇ ਜਗਮੀਤ ਤੇ ਜਤਾਇਆ ਭਰੋਸਾ। ਵਧੀਆਂ ਟਰੂਡੋ ਦੀਆਂ ਚਿੰਤਾਵਾਂ। ਹਾਊਸਿੰਗ ਅਫੋਰਡੇਬਿਲਟੀ ਦੇ ਮਾਮਲੇ 'ਚ 25% ਲੋਕਾਂ ਨੇ ਕੰਜ਼ਰਵੇਟਿਵ, 22% ਨੇ ਐਨਡੀਪੀ ਨੂੰ ਵਧੀਆ ਦੱਸਿਆ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਦੀ ਵੱਡੀ ਜਿੱਤ। ਨਾਰਥ ਬੇ ਸ਼ਹਿਰ ਦੇ ਕੈਨਾਡੋਰ ਕਾਲਜ ਦੇ ਵਿਦਿਆਰਥੀ ਪੱਕੀ ਤੇ ਸਸਤੀ ਰਿਹਾਇਸ਼ ਦੀ ਮੰਗ ਨੂੰ ਲੈ ਕੇ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਜਥੇਬੰਦੀ ਦੀ ਅਗਵਾਈ ਹੇਠ ਪੱਕੇ ਮੋਰਚੇ ਤੇ ਬੈਠੇ ਸੀ, ਜੋ ਉਹਨਾਂ ਨੇ ਫਤਿਹ ਕਰ ਲਿਆ।